हाँ जी, अस्सलाम वालेकुम ਦੋਸਤੋ। ਮੈਂ ਤੁਹਾਡਾ ਦੋਸਤ ਨਿਸਾਰ ਜਵੇਦ। ਗੱਲ ਕਰਾਂਗੇ, ਛੱਡੋ ਸਿਆਸਤਾਂ ਨੂੰ, ਖੁਸ਼ਕ ਗੱਲਾਂ ਨੂੰ। ਅੱਜ ਤੁਹਾਨੂੰ ਸਟੋਰੀ ਸੁਣਾਉਣਾ। ਇੱਕ ਸਟੋਰੀ ਸੁਣਾਈ ਸੀ ਬੜੀ ਦੇਰ ਪਹਿਲੇ। ਉਹ ਦੋਸਤ ਮੇਰੇ ਬਾਰ-ਬਾਰ ਮੈਨੂੰ ਮਜਬੂਰ ਕਰਦੇ ਨੇ, ਕਹਿੰਦੇ ਨੇ ਉਹੀ ਸਟੋਰੀ ਸੁਣਾ। ਤੇ ਮੈਂ ਕਿਹਾ ਚਲੋ ਉਹੀ ਸਟੋਰੀ ਸੁਣਾ ਦਿੰਦਾ। ਸਟੋਰੀ ਹੈ ਇੱਕ ਇਲਾਕੇ ਦੇ ਵਿੱਚ, ਇਹ ਸਿਆਸਤ ਨਾਲ ਕੋਈ ਤਲਕ ਨਹੀਂ ਹੈ ਇਸ ਗੱਲ ਦਾ। ਇਹ ਤੁਸੀਂ ਆਰਾਮ ਨਾਲ ਇੰਜੋਏ ਕਰਨੀ ਹੈ ਸਟੋਰੀ, ਲੇਕਿਨ ਅਖੀਰ ਤੱਕ ਨਾ ਸੁਣੋਗੇ ਤਾਂ ਮਜ਼ਾ ਨਹੀਂ ਆਉਣਾ, ਫਾਇਦਾ ਹੀ ਕੋਈ ਨਹੀਂ। ਜਾਂ ਤਾਂ ਹੁਣੇ ਬੰਦ ਕਰ ਦਿਓ ਤੇ ਜਾਂ ਫਿਰ ਐਂਡ ਤੱਕ ਸੁਣਨਾ। ਇੱਕ ਇਲਾਕੇ ਦੇ ਵਿੱਚ ਕੋਈ ਬੰਦਾ ਸੀ, ਉਹਨੂੰ ਵੰਡੀਆਂ ਪਈਆਂ, ਪਿਓ ਤੁਰ ਗਿਆ ਤੇ ਵੰਡੀਆਂ ਪਈਆਂ ਤਾਂ ਉਹਨੂੰ ਨਾ ਇੱਕ ਖੋਤਾ ਮਿਲ ਗਿਆ ਵਿਰਾਸਤ ਦੇ ਵਿੱਚ। ਟੋਟਲ ਪ੍ਰਾਪਰਟੀ ਉਹਦੇ ਪਿਓ ਦੀ ਇਹੋ ਹੀ 3-4 ਖੋਤੇ ਸੀ ਤੇ ਇੱਕ ਖੋਤਾ ਉਹਦੇ ਹਿੱਸੇ ਜਾ ਗਿਆ। ਕਾਰੋਬਾਰ ਹੈ ਕੋਈ ਨਹੀਂ ਸੀ, ਨਾ ਕੋਈ ਨੌਕਰੀ, ਨਾ ਗੱਲ, ਨਾ ਕੋਈ ਬਾਤ, ਤੇ ਬੜਾ ਪਰੇਸ਼ਾਨ ਰਹਿੰਦਾ ਸੀ। ਕਿਸ ਸਿਆਣੇ ਬੰਦੇ ਨੇ ਉਹਨੂੰ ਪੁੱਛਿਆ, ਯਾਰ ਤੂੰ ਕੰਮ ਕਰਿਆ ਕਰ ਕੋਈ। ਕਹਿੰਦਾ ਜੀ ਤੁਸੀਂ ਦੱਸੋ ਕੀ ਕਰਾਂ। ਉਹਨੇ ਕਿਹਾ ਤੈਨੂੰ ਵਿਰਾਸਤ ਵਿੱਚ ਖੋਤਾ ਮਿਲਿਆ, ਤੇਰੇ ਖੋਤੇ ਦਾ ਮਾਲਕ ਹੈ ਤੂੰ, ਤੇ ਆਪਣੇ ਇਲਾਕੇ ਨਿਕਲਦਾ ਨਮਕ, ਉਹ ਨਮਕ ਕੱਢ ਕੇ ਤੇ ਲੱਦ ਕੇ ਖੋਤੇ ਤੇ ਦਰਿਆਓਂ ਪਾਰ ਸ਼ਹਿਰ ਹੈ, ਉੱਥੇ ਜਾ ਕੇ ਵੇਚ ਕੇ ਆਇਆ ਕਰ, ਰੋਜ਼ ਦਾ ਇੱਕ ਫੇਰਾ ਲਾਇਆ ਕਰ ਤੇ ਦਿਹਾੜੀ ਬਣ ਜਾਇਆ ਕਰੇਗੀ ਤੇਰੀ। ਉਹਨੇ ਕਿਹਾ ਗੱਲ ਤੇ ਠੀਕ ਹੈ। ਖੈਰ ਉਹਨੇ ਠਾਣ ਲਈ, ਖੋਤੇ ਨੂੰ ਪਾਲਿਸ਼ ਪੁਲਿਸ਼ ਮਾਰ ਕੇ, ਟੱਕ ਢਲੀ ਮਾਰ ਕੇ ਰਾਤੀ ਰੈਡੀ ਕਰ ਲਿਆ। ਮਤਲਬ ਖਾਣਾ ਛਾਣਾ ਖਵਾ ਕੇ ਰੈਡੀ ਕਰ ਲਿਆ ਉਹਨੂੰ, ਮੋਰ ਬਣਾ ਲਿਆ ਕੰਮ ਵਾਲਾ। ਸੁਬਾਹ ਉੱਠ ਕੇ ਉਹਨੇ ਨਮਕ ਰਾਤੀ ਬੰਦੋਬਸਤ ਕੀਤਾ ਹੋਇਆ ਸੀ, ਤੋੜ ਭੰਨ ਕੇ ਰੈਡੀ ਕੀਤਾ ਹੋਇਆ ਸੀ। ਸਵੇਰੇ ਸਵੇਰੇ ਖੋਤੇ ਤੇ ਲੱਦਿਆ, ਸ਼ਹਿਰ ਨੂੰ ਟੁਰ ਪਿਆ। ਉਹ ਜਿਹੜਾ ਖੋਤਾ ਸੀ ਨਾ, ਖੋਤੇ ਦੀ ਬੜੀ ਕਿਸਮਾਂ ਹੁੰਦੀਆਂ ਨੇ ਜੀ। ਕੋਈ ਅੜੀਅਲ ਖੋਤਾ, ਕੋਈ ਜਨਾਬ ਭਗੌੜਾ ਖੋਤਾ, ਕੋਈ ਹੁੰਦਾ ਤੁਸੀਂ ਕਹਿ ਲਵੋ ਕਿ ਵੀ ਸਿਆਸੀ ਖੋਤਾ, ਕੋਈ ਹੁੰਦਾ ਜਿਹੜਾ ਕਿ ਚਾਲਬਾਜ਼ ਖੋਤਾ। ਖੋਤੇ ਦੀ ਬਹੁਤ ਕਿਸਮਾਂ ਹੁੰਦੀਆਂ ਨੇ। ਉਹ ਖੋਤਾ ਬੜਾ ਚਾਲਬਾਜ਼ ਸੀ, ਚਾਲਾਂ ਐਸੀਆਂ ਚੱਲਦਾ ਸੀ ਕਿ ਉਹ ਪਰੇਸ਼ਾਨ ਕਰ ਦਿੰਦਾ ਸੀ ਸਾਰਿਆਂ ਨੂੰ। ਨਮਕ ਲੱਦਿਆ, ਖੋਤੇ ਦੀ ਐਸੀ ਤੈਸੀ ਹੋ ਗਈ, ਬੜਾ ਹੈਵੀ ਸੀ ਨਮਕ। ਨਮਕ ਦਾ ਤੁਹਾਨੂੰ ਪਤਾ ਵਜ਼ਨ ਬੜਾ ਹੁੰਦਾ। ਉਹਨੂੰ ਖੋਤਾ ਟੁਰ ਪਿਆ ਲੈ ਕੇ, ਨਾਲ ਉਹਨੇ ਸੋਟੀ ਕੇ ਫੜ ਲਈ ਤੇ ਦਰਿਆ ਲੰਘਣਾ ਸੀ। ਦਰਿਆ ਤੇ ਪੁਲ ਸ਼ੁਲ ਕੋਈ ਨਹੀਂ ਸੀ ਹੁੰਦਾ। ਉਹ ਦਰਿਆ ਹੁੰਦਾ ਸੀ ਕਿ ਵੀ ਥੋੜਾ ਥੋੜਾ ਪਾਣੀ, ਉਹ ਪਾਣੀ ਦੇ ਵਿੱਚੋਂ ਹੀ ਟੁੱਟ ਕੇ ਲੰਘ ਜਾਂਦੇ ਸੀ ਲੋਕੀ। ਕੋਈ ਐਡਾ ਜ਼ਿਆਦਾ ਤੇਜ਼ ਵੀ ਨਹੀਂ ਸੀ ਹੁੰਦਾ। ਕੋਈ ਪਹਾੜੀ ਦਰਿਆ ਹੈਗਾ ਸੀ, ਕਿਉਂਕਿ ਪਹਾੜੀ ਇਲਾਕਾ ਸੀ, ਸਾਨੂੰ ਨਮਕ ਨਹੀਂ ਕਹਿੰਦਾ ਸੀ। ਪਹਾੜੀ ਉਹ ਦਰਿਆ ਹੈਗਾ ਸੀ ਤੇ ਉੱਥੇ ਪੁਲ ਸ਼ੁਲ ਕੋਈ ਨਹੀਂ ਸੀ, ਬਸ ਇੰਨਾ ਪਾਣੀ ਆ ਗਿਆ ਤੇ ਨਿਕਲ ਗਏ। ਉਹ ਜੋ ਖੋਤੇ ਨੂੰ ਲੈ ਕੇ, ਤੇ ਉਹਨਾਂ ਨੂੰ ਖਿਆਲ ਸੀ ਖੋਤੇ ਨੂੰ ਫਟਾਫਟ ਮੈਂ ਤੇਜ਼ ਤੇ ਨਿਕਲੇ, ਕਿਤੇ ਨਮਕ ਨਾ ਮੇਰਾ ਖੁਰ ਜਾਵੇ। ਹੁਣ ਖੋਤੇ ਨੇ ਹਿਸਾਬ ਲਾਇਆ ਕਿ ਪਾਣੀ 'ਚ ਲੰਘਣਾ ਤੇ ਉਹਨੇ ਹਿਸਾਬ ਲਾਇਆ ਨਮਕ ਲੱਦਿਆ ਇਹਨੇ ਉੱਤੇ। ਅੱਧ 'ਚ ਗਿਆ ਨਾ ਜਦੋਂ, ਦਰਿਆ ਦੇ ਅੱਧ 'ਚ ਖੋਤਾ ਬਹਿ ਗਿਆ। ਖੋਤਾ ਬਹਿ ਗਿਆ, ਉਸ ਡੰਡੇ ਸੋਟੇ ਲੈ ਕੇ ਦੁਆਲੇ ਹੋ ਗਿਆ ਖੋਤੇ ਤੇ। ਬੜਾ ਉਹਨੇ ਕੁੱਟਿਆ, ਬੜਾ ਕੁਛ ਕੀਤਾ, ਪਾਣੀ ਸੱਟ ਵੀ ਨਹੀਂ ਵੱਜਦੀ ਸਹੀ ਤਰ੍ਹਾਂ। ਖੋਤਾ ਸੇ ਉਹ ਮਾਰੇ ਤੇ ਖੋਤਾ ਸੇ ਉਹ ਫਿਰ ਸਾਰੇ ਨਮਕ, ਅੱਧਾ ਪੌਣਾ ਬਹੁਤਾ ਨਮਕ ਖੁਰ ਗਿਆ, ਥੋੜਾ ਬਚਿਆ। ਖੋਤਾ ਉੱਠ ਪਿਆ, ਨਮਕ ਉਹਦਾ ਭਾਰ ਘਟ ਗਿਆ। ਖੋਤਾ ਹਸਾ ਮਾਰਕੀਟ ਲੈ ਗਿਆ ਉਹਨੂੰ। ਉਹਦਾ ਥੋੜਾ ਬਹੁਤ ਨਮਕ ਬਚਿਆ ਸੀ, ਵਿਚਾਰਾ ਵੇਚ ਕੇ ਆ ਗਿਆ, ਕੋਈ ਪੈਸੇ ਨਹੀਂ ਮਿਲੇ। ਬੜਾ ਪਰੇਸ਼ਾਨ ਹੋਇਆ, ਵਾਪਸ ਆਇਆ। ਦੂਸਰੇ ਫੇਰ ਤਿਆਰੀ ਕੀਤੀ, ਜਦੋਂ ਲੈ ਕੇ ਜਾਵੇ ਖੋਤੇ ਨੂੰ ਆਦਤ ਪੈ ਗਈ, ਖੋਤਾ ਜਨਾਬ ਵੀ ਉੱਥੇ ਜਾ ਕੇ ਅੱਧ 'ਚ ਲੰਮਾ ਪੈ ਜਾਵੇ। ਫਿਰ ਉਹਨੇ ਸ਼ਹਿਰ ਜਾਣਾ ਛੱਡਤਾ, ਕਿਉਂਕਿ ਪੈਸੇ ਨਹੀਂ ਸੀ, ਦਿਹਾੜੀ ਨਹੀਂ ਸੀ ਬਣਦੀ। ਤੇ ਫਿਰ ਬਹਿ ਗਿਆ ਪਰੇਸ਼ਾਨ ਹੋ ਕੇ। ਉਸ ਇਲਾਕੇ ਦੇ ਵਿੱਚ ਕੋਈ ਫੌਜੀਆਂ ਦੀ ਮੁਹਿੰਮ ਆ ਗਈ। ਕੋਈ ਮੋਰਚੇ ਗੱਡਣੇ ਸੀ, ਕੋਈ ਚੀਜ਼ਾਂ ਫਿੱਟ ਕਰਨੀਆਂ ਸੀ, ਕੋਈ ਪਹਾੜੀਆਂ 'ਚ ਕੀ ਕੁਛ ਕਰਨਾ ਸੀ। ਜਿਹੜੇ ਫੌਜੀਆਂ ਦੇ ਕੰਮ ਸੀ, ਉਹ ਕਾਫੀ ਸਾਰੇ ਫੌਜੀ ਇਕੱਠੇ ਹੋ ਕੇ ਨਾ ਉੱਥੇ ਕੰਮ ਕਰਨ ਆ ਗਏ। ਉਹਨਾਂ ਨੂੰ ਕੰਮ ਵਾਸਤੇ ਇੱਕ ਦਿਨ ਲੋੜ ਪੈ ਗਈ ਖੋਤੇ ਦੀ। ਉਹਨਾਂ ਨੇ ਪਿੰਡ ਦੀ ਆ ਕੇ ਪੁੱਛਿਆ, ਯਾਰ ਕੋਈ ਖੋਤਾ ਕਿਸੇ ਕੋਲੋਂ ਮਿਲ ਜਾਵੇ ਉਧਾਰਾ, ਅਸੀਂ ਕੰਮ ਪੇ ਕਰਨੇ ਆ ਤੇ ਸਾਨੂੰ ਕੰਮ ਵਾਸਤੇ ਖੋਤਾ ਚਾਹੀਦਾ। ਪੱਠੇ ਪੁੱਠੇ 'ਚ ਪਾਲਾਂ ਕਰਾਂਗੇ, ਖੋਤੇ ਦੀ ਲੁੱਕ ਆਫਟਰ ਕਰਾਂਗੇ, ਧਿਆਨ ਰੱਖਾਂਗੇ, ਫੁੱਲ ਨੂੰ ਖਾਣਾ ਛਾਣਾ ਖਵਾ ਕੇ, ਚਾਰੇ ਪਾ ਕੇ, ਉਹ ਸਾਡੀ ਜ਼ਿੰਮੇਵਾਰੀਆਂ ਨੇ। ਲੋ ਜੀ, ਉਹ ਪੁੱਛਦੇ ਦੱਸਦੇ ਨੇ, ਇੱਕ ਬੰਦੇ ਨੇ ਦੱਸਿਆ ਕਿ ਫਲਾਣੇ ਘਰ ਇੱਕ ਖੋਤਾ ਹੈ, ਤੇ ਉਹ ਵਿਹਲਾ ਹੀ, ਬੰਦਾ ਵੀ ਵਿਹਲਾ ਤੇ ਖੋਤਾ ਵੀ ਵਿਹਲਾ। ਉਹ ਗਏ, ਉਹਨਾਂ ਨੇ ਕਿਹਾ, ਪੁੱਛਿਆ ਵੀ ਯਾਰ ਤੇਰਾ ਖੋਤਾ ਸੁਣਿਆ ਵਿਹਲਾ ਹੀ ਹੈਗਾ, ਤੂੰ ਵੀ ਵਿਹਲਾ ਹੀ ਹੈ, ਚਲੋ ਤੈਨੂੰ ਕੋਈ ਕਿਰਾਇਆ ਦੇ ਦਿਆਂਗੇ ਖੋਤੇ ਦਾ, ਚਾਰ ਪੈਸੇ ਤੇਰੇ ਬਣ ਜਾਣਗੇ। ਉਹਨੇ ਕਿਹਾ ਜੀ ਖੋਤਾ ਤੇ ਤੁਸੀਂ ਲੈ ਜਾਓ, ਤਾਂ ਕੋਈ ਮਸਲਾ ਨਹੀਂ, ਦਿਹਾੜੀ ਵੀ ਭਾਵੇਂ ਨਾ ਦੇਣਾ, ਤੁਸੀਂ ਫੌਜੀ ਭਰਾ ਹੋ ਸਾਡੇ, ਐਸੀ ਕਿਹੜੀ ਗੱਲ ਹੈ। ਪਰ ਮਸਲਾ ਖੋਤਾ ਬੜਾ ਆਰਾਮਦਾਦਾ ਹੈ,
ਬੜਾ ਚਾਲਬਾਜ਼ ਖੋਤਾ। ਉਹਨੇ ਕਿਹਾ ਤੂੰ ਖੋਤਾ ਸਾਨੂੰ ਦੇ ਦੇ, ਅਸੀਂ ਜਾਣੀਏ, ਸਾਡਾ ਕੰਮ ਜਾਣੇ, ਤੈਨੂੰ ਤੇਰਾ ਕਿਰਾਇਆ ਅਸੀਂ ਪੂਰਾ ਦੇ ਦਿਆਂਗੇ। ਉਹਨੇ ਕਿਹਾ ਲੈ ਜਾਓ ਜੀ। ਹਰ ਜੀ ਫੌਜੀਆਂ ਨੇ ਖੋਤਾ ਖੋਲਿਆ, ਤੁਰ ਪਏ ਲੈ ਕੇ ਰੱਸਾ। ਇੱਕ ਨੇ ਰੱਸਾ ਫੜਿਆ, ਦੂਸਰੇ ਨੇ ਸੋਟੀ ਪਿੱਛੋਂ ਫੜੀ ਤੇ ਉਹ ਉਹਨੂੰ ਲੈ ਕੇ ਤੇ ਆਪਣੇ ਇਲਾਕੇ ਚਲੇ ਗਏ ਜਿੱਥੇ ਉਹਨਾਂ ਨੇ ਡੇਰਾ ਲਾਇਆ ਹੋਇਆ ਸੀ। ਹੁਣ ਮਸਲਾ ਹੈ ਕਿ ਫੌਜੀਆਂ ਨੇ ਜਿਹੜਾ ਸਮਾਨ ਲੱਦਣਾ ਸੀ ਉਹ ਵੀ ਦਰਿਆ ਲੰਘ ਕੇ ਪਰਲੇ ਪਾਸੇ ਜਾਣਾ ਸੀ। ਉਹਨਾਂ ਨੇ ਰਾਤੀ ਸਮਾਨ ਸਮੂਨ ਤਿਆਰ ਕੀਤਾ, ਕੋਈ ਉਹਨਾਂ ਨੇ ਰਾਸ਼ਨ ਵੀ ਲਿਆਉਣਾ ਸੀ ਸ਼ਹਿਰੋਂ, ਕੋਈ ਜੋ ਵੀ ਕੰਮ ਕਰਨਾ ਸੀ ਖੋਤੇ ਤੇ ਕਰਨਾ ਸੀ। ਉਹਨਾਂ ਨੇ ਕਿਰਾਏ ਤੇ ਖੋਤਾ ਲਿਆ ਜੇ ਉਸ ਬੰਦੇ ਕੋਲੋਂ। ਉਹਨੂੰ ਜੇ ਤੇ ਸਮਾਨ ਇਧਰੋਂ ਲੱਦਣ ਸ਼ਹਿਰ ਲਿਜਾਣ ਵਾਸਤੇ ਉਹਨੂੰ ਪਈ ਸੀ ਆਦਤ, ਉਹ ਚਾਲਾਂ ਉਹ ਪੁਰਾਣੀਆਂ ਜਾਣਦਾ ਸੀ। ਅੱਧਾ ਦਰਿਆ ਲੰਘ ਕੇ ਤੇ ਉਹ ਬਹਿ ਜਾਵੇ ਕਰੇ। ਜੇ ਸ਼ਹਿਰੋਂ ਖਾਣਾ ਸ਼ਾਨਾ ਲੈ ਕੇ ਆਉਣ, ਆਟਾ ਛਾਟਾ ਲੱਦਿਆ ਹੁੰਦਾ ਸੀ ਫੌਜੀਆਂ ਨੇ, ਆਪਣਾ ਰਾਸ਼ਨ ਪਾਣੀ, ਸਬਜ਼ੀਆਂ, ਕੋਈ ਟਿੰਡੇ ਸ਼ਿੰਡੇ, ਕੋਈ ਆਲੂ ਪਿਆਜ਼ ਅਦਰਕ, ਉਹ ਬਹਿ ਜਾਵੇ, ਉਹ ਵੀ ਰੁੜ ਰੜ ਜਾਣ। ਫੌਜੀ ਬੜੇ ਤੰਗ। ਫੌਜੀ ਅਫਸਰ ਆਇਆ ਇੱਕ, ਉਹਨਾਂ ਨੇ ਕਿਹਾ ਕੀ ਹੋਇਆ? ਉਹਨਾਂ ਨੇ ਕਿਹਾ ਖੋਤੇ ਨੇ ਬੜਾ ਦੁਖੀ ਕੀਤਾ, ਸਾਨੂੰ ਤੇ ਲੈ ਕੇ ਬਹਿ ਗਿਆ, ਬੜਾ ਮਾਲ ਤਬਾਹ ਕਰਤਾ। ਅਫਸਰ ਬਹੁਤ ਸਿਆਣਾ ਸੀ, ਉਹਨੇ ਕਿਹਾ ਗੱਲ ਹੀ ਕੋਈ ਨਹੀਂ, ਖੋਤਾ ਸਿੱਧਾ ਜਾਏਗਾ। ਉਹਨਾਂ ਕਿਹਾ ਕਿ, ਉਹਨੇ ਕਿਹਾ 2-3 ਬੰਦੇ ਵੱਡੇ ਡੰਡੇ ਫੜ ਲਓ ਹੱਥ 'ਚ ਤੇ ਤਿਆਰੀ ਕਰ ਲਓ, ਇਹਦੇ ਤੇ ਰੂੰ ਲੱਦੋ ਤੇ ਰੂੰ ਲੱਦ ਕੇ ਇਹਨੂੰ ਸ਼ਹਿਰ ਲੈ ਜਾਓ। ਬਸ ਜਦੋਂ ਇਹ ਟੁਰਿਆ ਨਾ ਜਾਵੇ, ਦੇਖੋ ਤੁਸੀਂ ਡਾਂਗਾਂ ਨੂੰ ਫੇਰਨੀਆਂ ਨੇ ਬੜੀਆਂ। ਲੋ ਜੀ, ਉਹਨਾਂ ਨੇ ਰੂੰ ਲੱਦਤੀ ਉੱਤੇ, ਰੂੰ ਲੱਦ ਕੇ ਤੇ ਸ਼ਹਿਰ ਨੂੰ ਟੁਰ ਪਏ। ਖੋਤਾ ਬੜਾ ਖੁਸ਼ ਵੀ ਚੁੱਕ ਵੇ ਹੋਣਾ, ਬੰਦੇ ਦੇ ਪੁੱਤ ਤਾਂ ਬਣੇ ਨਾ ਹੁਣ ਇਨਸਾਨ ਬਣੇ ਨਾ, ਤੇ ਲੱਦੀ ਨੇ ਨਾ ਰੂੰ, ਭਾਰ ਹੁਣ ਘਟ ਗਿਆ, ਹੁਣ ਮੌਜਾਂ ਨਾਲ ਜਾਵਾਂਗੇ। ਲੇਕਿਨ ਜਦੋਂ ਦਰਿਆ ਦੇ ਅੱਧੇ 'ਚ ਗਿਆ ਤਾਂ ਉਹ ਅੱਧੀ ਹੋਇਆ ਸੀ, ਉਹਨੇ ਕਿਹਾ ਚਲੋ ਭਾਰ ਤੇ ਘੱਟ ਹੈ, ਹੋਰ ਘਟਾਓ। ਉਹ ਬਹਿ ਗਿਆ, ਫੌਜੀ ਨੇ ਕਿਹਾ ਬੈਠਾ ਰਹਿ। ਫੌਜੀ ਸੱਜੇ ਖੱਬੇ ਸਿਗੜ ਸੁਗੜ ਪੀ ਕੇ ਤੈਨੂੰ ਧਿਆਨ ਤੁਰ ਮਾਰ ਦੇ, ਕੋ ਬਾਬਾ ਅੱਧਾ ਘੰਟਾ। ਉਹਨੇ ਕਿਹਾ ਜੈਸ਼ੀ ਮਾਰ ਲੈਂਦੇ, ਅੱਜ ਨਹੀਂ ਤੈਨੂੰ ਉਠਾਣਾ। ਜਦੋਂ ਫੌਜੀਆਂ ਨੇ ਸਿਗੜ ਸੁਗੜ ਪੀ ਲਿਆ, ਸਾਰਾ ਰੈਸਟ ਕਰ ਲਈ, ਚਾਹ ਸ਼ਾਹ ਪੀ ਲਈ ਦਰਿਆ ਦੇ ਵਿੱਚ ਹੀ। ਉਹਨਾਂ ਕਿਹਾ ਚੱਲ ਵੀ ਖੋਤਿਆ ਉੱਠੋ। ਡੰਡਾ ਉਹਨਾਂ ਨੇ ਫੜ ਲਿਆ, ਡੰਡਾ ਨਹੀਂ ਡੰਡੇ ਫੜ ਲਏ। ਉਹ ਉਦੋਂ ਵਾਲੇ ਗਏ, ਖੋਤਾ ਉੱਠੇ, ਉਹ ਖੋਤੇ ਨੂੰ ਉਠਾਉਣ, ਖੋਤਾ ਕੋ ਉੱਠਿਆ ਹੀ ਨਹੀਂ ਜਾਵੇ, ਉਹ ਰੂਹ ਨੇ ਸਾਰਾ ਪਾਣੀ ਪੀ ਲਿਆ ਸੀ। ਉਹ ਤਾਂ ਕਈ ਗੁਣਾ ਜ਼ਿਆਦਾ ਲੋਡ ਹੋ ਗਿਆ ਨਾ, ਕਾਫੀ ਵੱਧ ਗਈ, ਭਾਰ ਹੀ ਵੱਧ ਗਿਆ ਬੜਾ। ਫੌਜੀਆਂ ਨੇ ਕੁੱਟ ਕੁੱਟ ਕੇ ਉਹ ਬੰਗਾਂ ਕਢਾਈਆਂ ਖੋਤੇ ਦੀਆਂ, ਉਹ ਬੰਗਾਂ ਕਢਾਈਆਂ। ਉਹਨੂੰ ਟੋਰ ਕੇ ਫਿਰ ਲੈ ਗਏ ਸ਼ਹਿਰ। ਪਾਣੀ ਨੂੰ ਚੜਦਾ ਗਿਆ, ਰੂੰ ਤੇ ਹੌਲੀ ਹੌਲੀ ਘਟਦਾ ਗਿਆ, ਲੇਕਿਨ ਉਹਨੂੰ ਟੋਰ ਕੇ ਲਗੇ ਉੱਥੇ। ਜਦੋਂ ਸ਼ਹਿਰ ਗਏ ਤੇ ਉਹਨੇ ਤੋਬਾ ਕੀਤੀ, ਉਹਨੇ ਕਿਹਾ, ਖੋਤੇ ਨੇ ਕਿਹਾ ਅੱਜ ਤੋਂ ਬਾਅਦ ਦਰਿਆ 'ਚ ਨਹੀਂ ਬਹਿਣਾ। ਉਸ ਤੋਂ ਬਾਅਦ ਖੋਤਾ ਜਦੋਂ ਆਮਨ ਕਰਨ ਦਰਿਆ ਤੇ ਲਿਆਉਣ ਸਮਾਨ ਲੱਦ ਕੇ, ਖੋਤਾ ਰਾਕੜ ਤਰ੍ਹਾਂ ਨਿਕਲੇ, ਜਿਵੇਂ ਰਾਕੜ ਜਾਂਦਾ। ਮਤਲਬ ਕਿ ਖੋਤਾ ਪਹਿਲੇ ਕਹਿੰਦਾ ਸੀ ਮੁਜ਼ਾਕਰਾ ਕਰ ਲਓ, ਉਹਨਾਂ ਨੇ ਕਿਹਾ ਮੁਜ਼ਾਕਰਾ ਨਹੀਂ, ਡੰਡਾ ਵਿਗੜਿਆ ਤਿਗੜਿਆ ਡੰਡਾ ਪੀਰ, ਕੋਈ ਮੁਜ਼ਾਕਰਾ ਨਹੀਂ ਕੀਤੇ, ਡਾਂਗਾਂ ਫੇਰੀਆਂ, ਖੋਤਾ ਸਿੱਧਾ ਹੋ ਗਿਆ। ਲੋ ਜੀ, ਇਹ ਸਟੋਰੀ ਹੈ ਮੇਰੇ ਕੋਲ। ਅੱਗੇ ਤੁਸੀਂ ਆਪ ਸਮਝਦਾਰ ਹੋ, ਚੰਗੀ ਲੱਗੇ ਤੇ ਦੱਸਣਾ, ਮਾੜੀ ਲੱਗੇ ਤਾਂ ਵੀ ਕਮੈਂਟ ਤੇ ਦੱਸਣਾ। ਤੁਹਾਨੂੰ ਹੋਰ ਵੀ ਕੋਈ ਸਟੋਰੀ ਸੁਣਾਵਾਂਗਾ ਫਿਰ ਬਾਅਦ ਚੋਂ। ਫਿਲਹਾਲ ਤੁਸੀਂ ਮੈਨੂੰ ਇਜਾਜ਼ਤ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ। ਅੱਲਾ ਹਾਫਿਜ਼।